ਜਦੋਂ ਆਪਾਂ ਭਾਰਤ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ ਤਾਂ ਕਈ ਨਾਂ ਸਾਡੇ ਜ਼ਿਹਨ 'ਚ ਆਉਂਦੇ ਨੇ, ਪਰ ਕੁਝ ਕਹਾਣੀਆਂ ਉਹ ਇਤਿਹਾਸ 'ਚ ਕਿਤੇ ਦਬ ਜਾਂਦੀਆਂ ਨੇ। ਅੱਜ ਆਪਾਂ ਇੱਕ ਅਜਿਹੇ ਹੀ ਨੌਜਵਾਨ ਦੀ ਗੱਲ ਕਰਾਂਗੇ ਜਿਸ ਨੂੰ ਕੋਈ ਹੀਰੋ ਕਹਿੰਦਾ ਹੈ ਤੇ ਕੋਈ ਕਾਤਿਲ। ਨਾਂ ਹੈ ਮਦਨ ਲਾਲ ਢੀਂਗਰਾ। ਸੋਚੋ, ਇੱਕ ਅਮੀਰ ਪੜ੍ਹਿਆ ਲਿਖਿਆ ਮੁੰਡਾ ਜਿਸ ਦਾ ਪਰਿਵਾਰ ਪੂਰੀ ਤਰ੍ਹਾਂ ਅੰਗਰੇਜ਼ਾਂ ਦੇ ਨਾਲ ਸੀ, ਤਾਂ ਫਿਰ ਅਜਿਹਾ ਕੀ ਹੋਇਆ ਕਿ ਉਸਨੇ ਪਿਸਤੌਲ ਚੁੱਕ ਲਿਆ ਤੇ ਸਿੱਧਾ ਬ੍ਰਿਟਿਸ਼ ਸਾਮਰਾਜ ਨੂੰ ਲੰਡਨ 'ਚ ਜਾ ਕੇ ਵੰਗਾਰਿਆ। ਇਹ ਕਹਾਣੀ ਭਾਰਤ ਦੀਆਂ ਗਲੀਆਂ ਤੋਂ ਨਹੀਂ, ਸਗੋਂ ਸਿੱਧੀ ਲੰਡਨ ਦੇ ਦਿਲ ਤੋਂ ਸ਼ੁਰੂ ਹੁੰਦੀ ਹੈ। ਇੱਕ ਅਜਿਹੀ ਸ਼ਾਮ ਜਿਸ ਨੇ ਬ੍ਰਿਟਿਸ਼ ਸਾਮਰਾਜ ਦੀਆਂ ਨੀਹਾਂ ਹਿਲਾ ਕੇ ਰੱਖ ਦਿੱਤੀਆਂ ਸਨ। ਤਾਰੀਖ ਸੇ 1 ਜੁਲਾਈ 1909। ਲੰਡਨ ਦਾ ਇੰਸਟੀਚਿਊਟ ਆਫ ਇੰਪੀਰੀਅਲ ਸਟੱਡੀਜ਼, ਜਿੱਥੇ ਬ੍ਰਿਟਿਸ਼ ਹਕੂਮਤ ਦੇ ਵੱਡੇ ਲੋਕ ਇਕੱਠੇ ਹੋਏ ਸਨ। ਮਾਹੌਲ ਪੂਰਾ ਜਸ਼ਨ ਵਾਲਾ ਸੀ, ਪਰ ਉਸੇ ਭੀੜ ਵਿੱਚ ਇੱਕ ਨੌਜਵਾਨ ਭਾਰਤੀ ਵਿਦਿਆਰਥੀ ਵੀ ਸੀ ਜੋ ਬਸ ਸਹੀ ਮੌਕੇ ਦੀ ਉਡੀਕ ਕਰ ਰਿਹਾ ਸੀ, ਇਸ ਪਾਰਟੀ ਦਾ ਰੰਗ ਹਮੇਸ਼ਾ ਲਈ ਬਦਲਣ ਵਾਸਤੇ। ਤੇ ਫਿਰ ਇੱਕਦਮ ਗੋਲੀਆਂ ਦੀ ਆਵਾਜ਼ ਗੂੰਜਦੀ ਹੈ। ਪੂਰਾ ਮਾਹੌਲ ਜਿਵੇਂ ਠੱਪ ਹੋ ਜਾਂਦਾ ਹੈ। ਸਰ ਕਰਜ਼ਨ ਵਾਇਲੀ, ਇੱਕ ਬਹੁਤ ਵੱਡਾ ਬ੍ਰਿਟਿਸ਼ ਅਫਸਰ, ਤੇ ਉਸ ਦੇ ਸਾਹਮਣੇ ਇੱਕ ਨੌਜਵਾਨ ਭਾਰਤੀ। 5 ਗੋਲੀਆਂ ਚਲਦੀਆਂ ਨੇ ਬਿਲਕੁਲ ਨੇੜੇ ਤੋਂ। ਵਾਇਲੀ ਥਾਂ ਤੇ ਹੀ ਠੇਰ। ਵਿਚਾਲੇ ਇੱਕ ਹੋਰ ਡਾਕਟਰ ਲਾਲ ਕਾਕਾ ਬਚਾਉਣ ਲਈ ਅੱਗੇ ਆਉਂਦਾ ਹੈ ਤੇ ਉਸ ਨੂੰ ਵੀ ਗੋਲੀ ਲੱਗ ਜਾਂਦੀ ਹੈ। ਹੁਣ ਦੇਖੋ ਕਮਾਲ ਦੀ ਗੱਲ, ਇੰਨੀ ਹਫੜਾ ਦਫੜੀ ਵਿੱਚ ਉਹ ਹਮਲਾਵਰ ਮਦਨ ਲਾਲ ਢੀਂਗਰਾ ਬਿਲਕੁਲ ਸ਼ਾਂਤ ਖੜਾ ਹੈ। ਭੱਜਣ ਦੀ ਕੋਈ ਕੋਸ਼ਿਸ਼ ਨਹੀਂ, ਬਸ ਆਪਣੀ ਬੰਦੂਕ ਹੇਠਾਂ ਸੁੱਟ ਦਿੱਤੀ, ਜਿਵੇਂ ਕਹਿ ਰਿਹਾ ਹੋਵੇ ਮੇਰਾ ਕੰਮ ਹੋ ਗਿਆ। ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਲੰਡਨ ਦੇ ਦਿਲ ਵਿੱਚ ਇੱਕ ਰਾਜਨੀਤਿਕ ਕਤਲ, ਤੇ ਉਹ ਵੀ ਇੱਕ ਅਜਿਹੇ ਨੌਜਵਾਨ ਹੱਥੋਂ ਜਿਸ ਨੂੰ ਉਸੇ ਸਿਸਟਮ ਨੇ ਸਭ ਕੁਝ ਦਿੱਤਾ ਸੀ। ਇਹ ਸਿਰਫ ਇੱਕ ਕਤਲ ਨਹੀਂ ਸੀ, ਇਹ ਤਾਂ ਇੱਕ ਸੁਨੇਹਾ ਸੀ। ਇਹ ਸਮਝਣ ਲਈ ਕਿ ਜਿਸ ਇਨਸਾਨ ਕੋਲ ਸਭ ਕੁਝ ਸੀ, ਉਸਨੇ ਆਪਣਾ ਸਭ ਕੁਝ ਦਾਅ ਤੇ ਕਿਉਂ ਲਾ ਦਿੱਤਾ। ਸਾਨੂੰ ਥੋੜਾ ਪਿੱਛੇ ਜਾਣਾ ਪਵੇਗਾ, ਉਸ ਦੁਨੀਆ ਵਿੱਚ ਜਿੱਥੇ ਉਹ ਪਲਿਆ ਵੱਡਾ ਹੋਇਆ ਸੀ। ਕਈ ਵਾਰ ਬਗਾਵਤ ਦੀਆਂ ਜੜ੍ਹਾਂ ਉਹਨਾਂ ਥਾਵਾਂ ਤੇ ਹੁੰਦੀਆਂ ਨੇ ਜਿੱਥੇ ਕੋਈ ਸੋਚ ਵੀ ਨਹੀਂ ਸਕਦਾ, ਤੇ ਮਦਨ ਲਾਲ ਢੀਂਗਰਾ ਲਈ ਉਹ ਥਾਂ ਉਸਦਾ ਆਪਣਾ ਘਰ ਹੀ ਸੀ। ਜ਼ਰਾ ਸੋਚ ਕੇ ਦੇਖੋ, ਢੀਂਗਰਾ ਇੱਕ ਅਜਿਹੇ ਘਰ ਵਿੱਚ ਵੱਡਾ ਹੋਇਆ ਜਿੱਥੇ ਅੰਗਰੇਜ਼ੀ ਹਕੂਮਤ ਪ੍ਰਤੀ ਵਫ਼ਾਦਾਰੀ ਦਾ ਜਸ਼ਨ ਮਨਾਇਆ ਜਾਂਦਾ ਸੀ। ਉਸਦੇ ਪਿਤਾ ਇੱਕ ਵੱਡੇ ਡਾਕਟਰ ਸਨ ਜਿਨ੍ਹਾਂ ਨੇ ਆਪਣਾ ਰੁਤਬਾ, ਆਪਣੀ ਦੌਲਤ, ਸਭ ਕੁਝ ਸਾਮਰਾਜ ਦੀ ਸੇਵਾ ਕਰਕੇ ਹੀ ਬਣਾਇਆ ਸੀ। ਇਹ ਇੱਕ ਅਜਿਹਾ ਪਰਿਵਾਰ ਸੀ ਜੋ ਉਸੇ ਸਿਸਟਮ ਦਾ ਹਿੱਸਾ ਸੀ ਜਿਸ ਨੂੰ ਬਾਅਦ ਵਿੱਚ ਉਹਨਾਂ ਦਾ ਆਪਣਾ ਪੁੱਤ ਹੀ ਤੋੜਨਾ ਚਾਹੁੰਦਾ ਸੀ। ਬਸ ਇਹੀ ਤਾਂ ਸਾਰੀ ਕਹਾਣੀ ਦਾ ਮਸਲਾ ਹੈ। ਇੱਕ ਪਾਸੇ ਉਸਦਾ ਪਰਿਵਾਰ ਅੰਗਰੇਜ਼ਾਂ ਤੋਂ ਮਿਲਦੇ ਇਨਾਮਾਂ ਦਾ ਆਨੰਦ ਲੈ ਰਿਹਾ ਸੀ, ਵੱਡੇ ਅਹੁਦੇ, ਸਨਮਾਨ, ਦੌਲਤ, ਪਰ ਮਦਨ ਲਾਲ ਨੂੰ ਕੁਝ ਹੋਰ ਹੀ ਦਿਸ ਰਿਹਾ ਸੀ। ਉਸਨੂੰ ਇੱਕ ਲੁੱਟਿਆ ਜਾ ਰਿਹਾ ਦੇਸ਼ ਤੇ ਗਰੀਬੀ ਵਿੱਚ ਪਿਸਦੇ ਲੋਕ ਦਿਸ ਰਹੇ ਸਨ। ਉਸਦੇ ਪਰਿਵਾਰ ਲਈ ਸਾਮਰਾਜ ਤਰੱਕੀ ਸੀ, ਉਸਦੇ ਲਈ ਇਹ ਇੱਕ ਜ਼ੁਲਮ ਸੀ। ਇਹ ਲੜਾਈ ਸਿਰਫ ਦੇਸ਼ ਵਿੱਚ ਨਹੀਂ ਸੀ, ਸਗੋਂ ਉਸਦੇ ਆਪਣੇ ਘਰ ਦੀ ਡਾਈਨਿੰਗ ਟੇਬਲ ਤੇ ਵੀ ਚੱਲ ਰਹੀ ਸੀ। ਘਰ ਵਿੱਚ ਉਸਦੀ ਇਹ ਬਗਾਵਤ ਇੱਕ ਮੁਸੀਬਤ ਬਣ ਗਈ ਸੀ, ਤਾਂ ਉਸਦੇ ਪਰਿਵਾਰ ਨੇ ਸੋਚਿਆ ਕਿ ਉਸ ਨੂੰ ਸੁਧਾਰਨ ਲਈ ਇੰਗਲੈਂਡ ਪੜ੍ਹਨ ਭੇਜ ਦਿੰਦੇ ਹਾਂ, ਸ਼ਾਇਦ ਉੱਥੇ ਜਾ ਕੇ ਉਸਦਾ ਦਿਮਾਗ ਠੀਕ ਹੋ ਜਾਵੇਗਾ। ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਉਸ ਨੂੰ ਅੱਗ ਦੇ ਹੋਰ ਨੇੜੇ ਤੱਕ ਰਹੇ ਸਨ। ਭਾਰਤ ਵਿੱਚ ਆਪਣੇ ਪਰਿਵਾਰ ਦੀ ਇੱਜ਼ਤ ਤੋਂ ਦੂਰ ਲੰਡਨ ਵਿੱਚ ਢੀਂਗਰਾ ਨੂੰ ਇੱਕ ਨਵੀਂ ਸੱਚਾਈ ਦਾ ਸਾਹਮਣਾ ਕਰਨਾ ਪਿਆ। ਉੱਥੇ ਉਹ ਇੱਕ ਵੱਡੇ ਡਾਕਟਰ ਦਾ ਪੁੱਤਰ ਨਹੀਂ ਸੀ, ਉਹ ਤਾਂ ਬਸ ਇੱਕ ਦੇਸੀ ਸੀ। ਰੋਜ਼ਾਨਾ ਦਾ ਨਸਲਵਾਦ, ਰੋਜ਼ਾਨਾ ਦਾ ਅਪਮਾਨ, ਇਸਨੇ ਜ਼ੁਲਮ ਦੇ ਵਿਚਾਰ ਨੂੰ ਉਸਦੇ ਲਈ ਇੱਕ ਨਿੱਜੀ ਦਰਦ ਬਣਾ ਦਿੱਤਾ। ਐਸੇ ਇਕੱਲੇਪਨ ਵਿੱਚ ਢੀਂਗਰਾ ਨੂੰ ਇੱਕ ਨਵਾਂ ਘਰ ਮਿਲਿਆ, ਇੰਡੀਆ ਹਾਊਸ। ਦੇਖਣ ਨੂੰ ਤਾਂ ਇਹ ਸਿਰਫ ਇੱਕ ਸਟੂਡੈਂਟ ਹੋਸਟਲ ਸੀ, ਪਰ ਅਸਲ ਵਿੱਚ ਇਹ ਲੰਡਨ ਵਿੱਚ ਭਾਰਤੀ ਇਨਕਲਾਬ ਦਾ ਕੇਂਦਰ ਸੀ। ਵੀਰ ਸਾਵਰਕਰ ਵਰਗੇ ਲੀਡਰਾਂ ਦੀ ਅਗਵਾਈ ਹੇਠ ਇਹ ਜਗ੍ਹਾ ਗਰਮ ਬਹਿਸਾਂ, ਨਵੇਂ ਵਿਚਾਰਾਂ ਅਤੇ ਕ੍ਰਾਂਤੀ ਦੀਆਂ ਯੋਜਨਾਵਾਂ ਦਾ ਗੜ੍ਹ ਸੀ। ਢੀਂਗਰਾ ਲਈ ਤਾਂ ਇਹ ਜਿਵੇਂ ਘਰ ਵਾਪਸੀ ਹੋ ਗਈ ਹੋਵੇ। ਆਖਰਕਾਰ ਉਸਨੂੰ ਆਪਣੇ ਵਰਗੇ ਲੋਕ ਮਿਲ ਗਏ ਸਨ। ਇੱਥੇ ਆ ਕੇ ਢੀਂਗਰਾ ਦਾ ਗੁੱਸਾ ਇੱਕ ਮਿਸ਼ਨ ਵਿੱਚ ਬਦਲ ਗਿਆ। ਇਹ ਇੱਕ ਪੂਰਾ ਸੋਚਿਆ ਸਮਝਿਆ ਸਫ਼ਰ ਸੀ। ਉਹ ਰਾਜਨੀਤਿਕ ਬਹਿਸਾਂ ਵਿੱਚ ਖੁੱਲ੍ਹ ਕੇ ਹਿੱਸਾ ਲੈਂਦਾ। ਉਸਨੇ ਸਾਵਰਕਰ ਦੀ ਗੁਪਤ ਜਥੇਬੰਦੀ ਅਭਿਨਵ ਭਾਰਤ ਜੁਆਇਨ ਕਰ ਲਈ, ਤੇ ਜਦੋਂ ਉਸਨੂੰ ਪੁੱਛਿਆ ਗਿਆ ਕਿ ਉਹ ਇਸ ਮਕਸਦ ਲਈ ਕੀ ਕੁਰਬਾਨ ਕਰ ਸਕਦਾ ਹੈ, ਤਾਂ ਉਸਦਾ ਜਵਾਬ ਬਿਲਕੁਲ ਸਾਫ਼ ਸੀ, ਮੇਰੀ ਜਾਨ। ਤੇ ਇਹ ਸਿਰਫ ਸ਼ਬਦ ਨਹੀਂ ਸਨ, ਉਸਨੇ ਆਪਣਾ ਵਾਅਦਾ ਨਿਭਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਪਿਸਤੌਲ ਚਲਾਉਣ ਦੀ ਲਗਾਤਾਰ ਪ੍ਰੈਕਟਿਸ। ਗੋਲੀਆਂ ਦੀ ਆਵਾਜ਼ ਤਾਂ ਬੰਦ ਹੋ ਗਈ, ਪਰ ਲੜਾਈ ਹਾਲੇ ਖਤਮ ਨਹੀਂ ਹੋਈ ਸੀ। ਹੁਣ ਇਹ ਲੜਾਈ ਬਾਲਰੂਮ ਤੋਂ ਅਦਾਲਤ ਵਿੱਚ ਪਹੁੰਚ ਗਈ ਸੀ। ਢੀਂਗਰਾ ਫੜਿਆ ਤਾਂ ਗਿਆ ਸੀ, ਪਰ ਉਸਨੇ ਹਾਰ ਨਹੀਂ ਮੰਨੀ ਸੀ।
ਹੁਣ ਉਹ ਇਸ ਮੁਕੱਦਮੇ ਨੂੰ ਹੀ ਆਪਣਾ ਸਟੇਜ ਬਣਾਉਣ ਵਾਲਾ ਸੀ, ਸਾਮਰਾਜ ਨੂੰ ਚੁਣੌਤੀ ਦੇਣ ਲਈ। ਕਟਹਿਰੇ ਵਿੱਚ ਖੜਾ ਢਿੰਗਰਾ ਬਿਲਕੁਲ ਬੇਖੌਫ ਸੀ। ਉਸਨੇ ਵਕੀਲ ਲੈਣ ਤੋਂ ਸਾਫ਼ ਮਨਾ ਕਰ ਦਿੱਤਾ। ਇਹ ਹਾਰ ਨਹੀਂ ਸੀ, ਇਹ ਇੱਕ ਵਿਰੋਧ ਸੀ। ਉਸ ਦੀ ਨਜ਼ਰ ਵਿੱਚ ਇੱਕ ਬ੍ਰਿਟਿਸ਼ ਅਦਾਲਤ ਨੂੰ ਇੱਕ ਭਾਰਤੀ ਦੇਸ਼ ਭਗਤ ਤੇ ਮੁਕੱਦਮਾ ਚਲਾਉਣ ਦਾ ਕੋਈ ਹੱਕ ਹੀ ਨਹੀਂ ਸੀ। ਉਹ ਆਪਣਾ ਬਚਾਅ ਨਹੀਂ ਕਰ ਰਿਹਾ ਸੀ, ਸਗੋਂ ਉਸੇ ਸਿਸਟਮ ਤੇ ਇਲਜ਼ਾਮ ਲਗਾ ਰਿਹਾ ਸੀ ਜਿਸਨੇ ਉਸਨੂੰ ਕਟਹਿਰੇ ਵਿੱਚ ਖੜਾ ਕੀਤਾ ਸੀ। ਤੇ ਫਿਰ ਉਸਨੇ ਆਪਣਾ ਸਭ ਤੋਂ ਵੱਡਾ ਦਾਅ ਖੇਡਿਆ। ਉਸਨੇ ਅੰਗਰੇਜ਼ਾਂ ਦੀ ਦੇਸ਼ ਭਗਤੀ ਦੀ ਪਰਿਭਾਸ਼ਾ ਨੂੰ ਹੀ ਉਹਨਾਂ ਦੇ ਖਿਲਾਫ ਵਰਤ ਲਿਆ। ਉਸ ਦੀ ਦਲੀਲ ਬਹੁਤ ਸਿੱਧੀ ਸੀ। ਜੇ ਇੱਕ ਅੰਗਰੇਜ਼ ਆਪਣੇ ਦੇਸ਼ ਲਈ ਜਰਮਨ ਹਮਲਾਵਰ ਨਾਲ ਲੜੇ ਤਾਂ ਉਹ ਨਾਇਕ ਹੈ, ਪਰ ਜੇ ਇੱਕ ਭਾਰਤੀ ਆਪਣੇ ਦੇਸ਼ ਲਈ ਬ੍ਰਿਟਿਸ਼ ਕਬਜ਼ੇ ਖਿਲਾਫ ਲੜੇ ਤਾਂ ਉਹ ਅਪਰਾਧੀ ਕਿਉਂ ਹੈ? ਉਸਨੇ ਉਹਨਾਂ ਨੂੰ ਆਇਨਾ ਦਿਖਾ ਦਿੱਤਾ ਤੇ ਆਪਣੇ ਹੀ ਸਾਮਰਾਜ ਦਾ ਦੁਗਲਾਪਨ ਪਹਿਚਾਨਣ ਲਈ ਮਜਬੂਰ ਕਰ ਦਿੱਤਾ। ਢਿੰਗਰਾ ਦੇ ਇਸ ਕੰਮ ਨੇ ਭਾਰਤੀ ਭਾਈਚਾਰੇ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ, ਲੰਡਨ ਵਿੱਚ ਵੀ ਤੇ ਭਾਰਤ ਵਿੱਚ ਵੀ। ਸਭ ਤੋਂ ਵੱਡਾ ਝਟਕਾ ਤਾਂ ਉਸਦੇ ਆਪਣੇ ਪਰਿਵਾਰ ਨੇ ਦਿੱਤਾ, ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਖੁਸ਼ ਕਰਨ ਲਈ ਉਸਨੂੰ ਜਨਤਕ ਤੌਰ ਤੇ ਤਿਆਗ ਦਿੱਤਾ। ਪਰ ਜਿੱਥੇ ਉਸਦੇ ਪਰਿਵਾਰ ਨੇ ਉਸਨੂੰ ਗੱਦਾਰ ਕਿਹਾ, ਉੱਥੇ ਹੀ ਦੇਸ਼ ਭਗਤਾਂ ਨੇ ਉਸਨੂੰ ਸ਼ਹੀਦ ਦਾ ਦਰਜਾ ਦਿੱਤਾ। ਉਹ ਇੱਕ ਮਿਸਾਲ ਬਣ ਗਿਆ, ਜਿਸ ਦੀ ਤੁਲਨਾ ਇਤਿਹਾਸ ਦੇ ਵੱਡੇ-ਵੱਡੇ ਯੋਧਿਆਂ ਨਾਲ ਕੀਤੀ ਜਾਣ ਲੱਗੀ। ਖੈਰ, ਫੈਸਲਾ ਤਾਂ ਪਹਿਲਾਂ ਤੋਂ ਹੀ ਤੈਅ ਸੀ। 23 ਜੁਲਾਈ 1909 ਨੂੰ ਮਦਨ ਲਾਲ ਢੀਂਗਰਾ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਤੇ 1 ਮਹੀਨੇ ਤੋਂ ਵੀ ਘੱਟ ਸਮੇਂ ਬਾਅਦ 17 ਅਗਸਤ ਨੂੰ ਉਸਨੂੰ ਫਾਂਸੀ ਦੇ ਦਿੱਤੀ ਗਈ। ਕਹਿੰਦੇ ਨੇ ਕਿ ਉਹ ਬਿਲਕੁਲ ਨਹੀਂ ਡਰਿਆ, ਸਗੋਂ ਹੱਸਦੇ ਹੋਏ ਫਾਂਸੀ ਦੇ ਤਖਤੇ ਤੇ ਚੜ੍ਹ ਗਿਆ। ਉਸ ਦੀ ਆਖਰੀ ਇੱਛਾ ਇਹ ਸੀ ਕਿ ਉਹ ਉਦੋਂ ਤੱਕ ਇਸੇ ਦੇਸ਼ ਵਿੱਚ ਦੁਬਾਰਾ ਜਨਮ ਲੈਂਦਾ ਰਹੇ ਜਦੋਂ ਤੱਕ ਇਹ ਆਜ਼ਾਦ ਨਹੀਂ ਹੋ ਜਾਂਦਾ। ਬ੍ਰਿਟਿਸ਼ ਸਾਮਰਾਜ ਨੇ ਇੱਕ ਇਨਸਾਨ ਨੂੰ ਤਾਂ ਫਾਂਸੀ ਦੇ ਦਿੱਤੀ ਸੀ, ਪਰ ਉਹ ਉਸ ਵਿਚਾਰ ਨੂੰ ਨਹੀਂ ਮਾਰ ਸਕੇ ਜੋ ਜਗਾ ਗਿਆ ਸੀ। ਮੌਤ ਤੋਂ ਬਾਅਦ ਢਿੰਗਰਾ ਦੀ ਵਿਰਾਸਤ ਅਸਲ ਵਿੱਚ ਸ਼ੁਰੂ ਹੋਈ ਸੀ। ਆਓ ਸਿੱਧਾ 67 ਸਾਲ ਅੱਗੇ ਚੱਲਦੇ ਹਾਂ। ਬ੍ਰਿਟਿਸ਼ ਰਾਜ ਹੁਣ ਖਤਮ ਹੋ ਚੁੱਕਾ ਹੈ। ਭਾਰਤ ਇੱਕ ਆਜ਼ਾਦ ਦੇਸ਼ ਹੈ ਤੇ 1976 ਵਿੱਚ ਇਸ ਆਜ਼ਾਦ ਦੇਸ਼ ਨੇ ਫੈਸਲਾ ਕੀਤਾ ਕਿ ਉਹ ਆਪਣੇ ਇੱਕ ਭੁੱਲੇ ਹੋਏ ਪੁੱਤਰ ਨੂੰ ਘਰ ਵਾਪਸ ਲਿਆਵੇਗਾ। ਇੱਕ ਅਜਿਹੀ ਘਰ ਵਾਪਸੀ ਸੀ ਜਿਸ ਨੂੰ ਕਈ ਪੀੜ੍ਹੀਆਂ ਲੱਗ ਗਈਆਂ। ਉਸ ਦੀਆਂ ਅਸਥੀਆਂ ਇੱਕ ਅੰਗਰੇਜ਼ੀ ਜੇਲ੍ਹ ਦੀ ਗੁਮਨਾਮ ਕਬਰ ਵਿੱਚੋਂ ਕੱਢੀਆਂ ਗਈਆਂ। ਉਹ ਭਾਰਤ ਵਾਪਸ ਆਈਆਂ, ਇੱਕ ਅਪਰਾਧੀ ਦੇ ਤੌਰ ਤੇ ਨਹੀਂ, ਬਲਕਿ ਇੱਕ ਸ਼ਹੀਦ ਦੇ ਤੌਰ ਤੇ। ਜਿਸ ਆਦਮੀ ਨੂੰ ਉਸਦੇ ਆਪਣੇ ਪਰਿਵਾਰ ਨੇ ਸ਼ਰਮਿੰਦਗੀ ਸਮਝਿਆ ਸੀ, ਉਸਨੂੰ ਆਖਿਰਕਾਰ ਪੂਰੇ ਸਰਕਾਰੀ ਸਨਮਾਨ ਨਾਲ ਅਪਣਾਇਆ ਗਿਆ। ਇਹ ਇਸ ਗੱਲ ਦਾ ਸਬੂਤ ਸੀ ਕਿ ਇਤਿਹਾਸ ਭਾਵੇਂ ਹੌਲੀ ਚੱਲਦਾ ਹੈ, ਪਰ ਉਹ ਕੁਝ ਭੁੱਲਦਾ ਨਹੀਂ। ਤਾਂ ਫਿਰ ਮਦਨ ਲਾਲ ਢਿੰਗਰਾ ਕੌਣ ਸੀ? ਇੱਕ ਬੇਰਹਿਮ ਕਾਤਲ ਜਾਂ ਇੱਕ ਆਜ਼ਾਦੀ ਖੁਲਾਟਿਆ? ਸ਼ਾਇਦ ਸੱਚ ਤਾਂ ਇਹ ਹੈ ਕਿ ਉਹ ਦੋਵੇਂ ਹੀ ਸੀ। ਉਸਦੀ ਕਹਾਣੀ ਸਾਨੂੰ ਇੱਕ ਬਹੁਤ ਮੁਸ਼ਕਿਲ ਸਵਾਲ ਨਾਲ ਛੱਡ ਜਾਂਦੀ ਹੈ। ਆਤੰਕਵਾਦ ਔਰ ਇਨਕਲਾਬ ਦੇ ਵਿਚਕਾਰ ਇੱਕ ਲਕੀਰ ਕਿੱਥੇ ਖਿੱਚੀ ਜਾਂਦੀ ਹੈ ਤੇ ਇਹ ਕੌਣ ਤੈਅ ਕਰਦਾ ਹੈ ਕਿ ਕੋਈ ਕੰਮ ਉਸ ਲਕੀਰ ਦੇ ਕਿਸ ਪਾਸੇ ਹੈ? ਮਦਨ ਲਾਲ ਢਿੰਗਰਾ ਦੀ ਕਹਾਣੀ ਸਾਨੂੰ ਇਹ ਦੱਸਦੀ ਹੈ ਕਿ ਇਤਿਹਾਸ ਦੇ ਜਵਾਬ ਕਦੇ ਵੀ ਸਿੱਧੇ ਤੇ ਸੌਖੇ ਨਹੀਂ ਹੁੰਦੇ।